ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਬੱਚਿਆਂ ਨੂੰ ਭੋਜਨ ਦੇਣ ਦੇ ਵਿੱਚ ਮਦਦ ਕਰਨ ਦੇ ਲਈ ਸਕੂਲੀ ਭੋਜਨ ਪ੍ਰੋਗਰਾਮ ਦੇ ਲਈ ਫੰਡਿੰਗ ਜਾਰੀ। ਸੂਬੇ ਦੇ 60 ਸਕੂਲਾਂ ਲਈ $214 ਮਿਲੀਅਨ ਦਾ ਨਿਵੇਸ਼। ਕੈਨੇਡੀਅਨ ਖਪਤਕਾਰਾਂ ਦਾ ਵੱਡੇ ਕਰਿਆਨੇ ਤੋਂ ਭਰੋਸਾ ਹੋਇਆ ਖਤਮ। ਵਧਦੀਆਂ ਕੀਮਤਾਂ ਬਣੀਆਂ ਕਾਰਨ। ਸਿਰੀ ਅਫਸਰੀ ਦੇ ਵੱਲੋਂ 12.5% ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ। ਕੌਂਸਲਰ ਮਨਦੀਪ ਨਾਗਰਾ ਨੇ ਟੈਕਸ ਵਧਾਉਣਾ ਦੱਸਿਆ ਗਲਤ। ਖਬਰਾਂ ਵਿਸਥਾਰ ਦੇ ਨਾਲ। ਸੂਬੇ ਦੀ ਨਵੀਂ ਫੰਡਿੰਗ ਫਿਊਚਰਸ ਫੰਡਿੰਗ ਰਾਹੀਂ ਸਕੂਲਾਂ ਦੇ ਵਿੱਚ ਵਧੇਰੇ ਬੱਚਿਆਂ ਤੇ ਨੌਜਵਾਨਾਂ ਦੇ ਲਈ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ, ਜਿਸ ਰਾਹੀਂ $214 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। 3 ਸਾਲਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਨਾਲ BC ਦੇ ਕਾਫੀ ਸਕੂਲਾਂ ਨੂੰ ਰਾਹਤ ਮਿਲੇਗੀ। ਰਿਪੋਰਟ ਦੇਖਦੇ ਹਾਂ। ਸੂਬੇ ਦੀ ਨਵੀਂ ਫੀਡਿੰਗ ਫਿਊਚਰ ਫੰਡਿੰਗ ਰਾਹੀਂ ਸਕੂਲਾਂ ਦੇ ਵਿੱਚ ਵਧੇਰੇ ਬੱਚਿਆਂ ਤੇ ਨੌਜਵਾਨਾਂ ਦੀ ਪੌਸ਼ਟਿਕ ਭੋਜਨ ਤੇ ਸਨੈਕਸ ਤੱਕ ਪਹੁੰਚ ਹੋਵੇਗੀ। ਇਹ ਪ੍ਰੋਗਰਾਮ ਸਥਾਨਕ ਸਕੂਲ ਭੋਜਨ ਪ੍ਰੋਗਰਾਮਾਂ ਨੂੰ ਬਣਾਉਣ ਤੇ ਵਧਾਉਣ ਦੇ ਵਿੱਚ ਨਿਵੇਸ਼ ਕਰਦਾ ਹੈ। ਇਸ ਸੰਬੰਧੀ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਨੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਜਿਵੇਂ ਵਿਅਸਤ ਮਾਪੇ ਵਿਸ਼ਵ ਭਰ ਦੇ ਵਿੱਚ ਵੱਧ ਰਹੀ ਮਹਿੰਗਾਈ ਨਾਲ ਨਜਿੱਠ ਰਹੇ ਨੇ, ਸਕੂਲੀ ਭੋਜਨ ਪ੍ਰੋਗਰਾਮ ਵਿਦਿਆਰਥੀਆਂ ਦੀਆਂ ਭੋਜਨ ਦੀਆਂ ਲੋੜਾਂ ਨਾਲ ਨਜਿੱਠ ਕੇ ਉਹਨਾਂ ਦੇ ਖਰਚਿਆਂ ਤੇ ਦਬਾਅ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦਾ ਹੈ। ਸਥਾਨਕ ਸਕੂਲਾਂ ਦੇ ਨਾਲ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਨਾ ਕਿ ਸਾਡੇ ਬੱਚਿਆਂ ਨੂੰ ਭੋਜਨ ਮਿਲਦਾ ਹੈ ਤੇ ਉਹ ਸਿੱਖਿਆ ਹਾਸਲ ਕਰਨ ਲਈ ਤਿਆਰ ਹੋ ਰਹੇ ਨੇ, ਪਰਿਵਾਰਾਂ ਤੇ ਭਾਈਚਾਰਿਆਂ ਲਈ ਇੱਕ ਅਸਲ ਫਰਕ ਲਿਆਵੇਗਾ। ਬਜਟ 2023 ਰਾਹੀਂ ਸੂਬਾ 3 ਸਾਲਾਂ ਦੇ ਵਿੱਚ $214 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ ਤਾਂ ਜੋ ਸਕੂਲ ਡਿਸਟ੍ਰਿਕਟ BC ਭਰ ਦੇ ਸਕੂਲਾਂ ਵਿੱਚ ਸਥਾਨਕ ਭੋਜਨ ਪ੍ਰੋਗਰਾਮ ਬਣਾ ਸਕਣ ਜਾਂ ਉਹਨਾਂ ਦਾ ਵਿਸਤਾਰ ਕਰ ਸਕਣ। And this is an example of the work that many school districts are already doing in their communities. But we know that there's more work to do. And that's why I'm really excited and I'm also very proud that as part of Budget 2023, our government is supporting school districts by providing $214 million over 3 years to create and expand food programs to students through the new Feeding Futures funding. This is the largest investment in school food program in the province's history, and it will make a real difference for families and kids. This builds on the progress that has already been made with the Student and Family Affordability Fund that was announced in last August to help BC families with the burden of rising food costs caused by global inflation. As a parent myself, I know we want our kids to have the opportunity to reach their full potential in school to set them up for good future. And it is hard, we all know that it is hard to concentrate in class when you haven't had enough to eat. So we heard from the school districts, we heard that how important this funding is and this program is, and also I really want to thank all the advocates who have advocated for this program, and also your advocacy for the consistent funding. And that's why this we are so excited about this $214 million funding, which is a dedicated funding for the next 3 years, and so excited about it. And really excited to be here in your hood, MLA Singh, and really excited to hear from other advocates as well. ਫੰਡ ਦੀ ਵਰਤੋਂ ਭੋਜਨ ਖਰੀਦਣ ਤੇ ਖਾਸ ਤੌਰ ਤੇ ਸਮਰਪਿਤ ਸਟਾਫ ਦੀ ਨਿਯੁਕਤੀ ਲਈ ਕੀਤੀ ਜਾਵੇਗੀ, ਜੋ ਵਿਦਿਆਰਥੀਆਂ ਨੂੰ ਭੋਜਨ ਅਤੇ ਸਨੈਕਸ ਦੇਣ ਲਈ ਇਕੱਠਿਆਂ ਕੰਮ ਕਰਨਗੇ। ਸੂਬੇ ਦੇ ਇਤਿਹਾਸ ਦੇ ਵਿੱਚ ਸਕੂਲੀ ਭੋਜਨ ਪ੍ਰੋਗਰਾਮਾਂ ਦੇ ਵਿੱਚ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਸਕੂਲੀ ਭੋਜਨ ਪ੍ਰੋਗਰਾਮ ਦੇ ਵਿੱਚ ਫੀਡ BC ਪ੍ਰੋਗਰਾਮ ਨੂੰ ਸ਼ਾਮਲ ਕਰਨ ਦੇ ਲਈ ਸਿੱਖਿਆ ਤੇ ਬਾਲ ਸੰਭਾਲ ਮੰਤਰਾਲਾ, ਖੇਤੀਬਾੜੀ ਤੇ ਆਹਾਰ ਮੰਤਰਾਲੇ ਨਾਲ ਕੰਮ ਕਰੇਗਾ। ਫੀਡ BC ਸਕੂਲਾਂ ਦੇ ਵਿੱਚ BC 'ਚ ਉਗਾਏ ਜਾਣ ਵਾਲੇ ਭੋਜਨ ਸ਼ਾਮਿਲ ਕਰਨ ਅਤੇ ਸਥਾਨਕ ਆਰਥਿਕ ਵਿਕਾਸ ਦੇ ਵਿੱਚ ਨਿਵੇਸ਼ ਕਰਨ ਲਈ ਸਥਾਨਕ ਕਿਸਾਨ ਅਤੇ ਭੋਜਨ ਉਤਪਾਦਕਾਂ ਨਾਲ ਮਜ਼ਬੂਤ ਭਾਈਚਾਰਕ ਭਾਈਵਾਲੀ ਬਣਾਉਣ ਲਈ ਸਕੂਲਾਂ ਨੂੰ ਸਹਿਯੋਗ ਵੀ ਦੇਵੇਗਾ। ਤੰਦਰੁਸਤ ਦਿਮਾਗ ਅਤੇ ਸਰੀਰ ਤਾਜ਼ੇ ਗੁਣਵੱਤਾ ਤੇ ਭੋਜਨ ਦੇ ਨਾਲ ਸ਼ੁਰੂ ਹੁੰਦੇ ਨੇ। ਖੇਤੀਬਾੜੀ ਮੰਤਰੀ ਪੈਮ ਐਲੈਕਸ ਨੇ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਫੰਡਿੰਗ ਸੂਬੇ ਭਰ ਦੇ ਸਕੂਲਾਂ ਵਿੱਚ ਜਾਂਦੀ ਦੇਖ ਕੇ ਉਹ ਕਾਫੀ ਖੁਸ਼ ਨੇ, ਜਿਸ ਨਾਲ ਕਈ ਸਕੂਲਾਂ ਦੀ ਮਦਦ ਜਿਹੜੀ ਹੈ ਉਹ ਹੋ ਸਕੇਗੀ। ਫੀਡਿੰਗ ਫਿਊਚਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਭੋਜਨ ਦੇਣ ਦੀ ਫੌਰੀ ਲੋੜ ਨੂੰ ਸੰਬੋਧਿਤ ਕਰੇਗਾ ਤੇ ਉਹਨਾਂ ਪਰਿਵਾਰਾਂ ਲਈ ਭੋਜਨ ਦੇ ਖਰਚੇ ਵਧਣ ਦੀਆਂ ਚੁਣੌਤੀਆਂ ਨੂੰ ਘਟਾਉਣ 'ਚ ਮਦਦ ਕਰਨ ਦੇ ਲਈ ਸਟੂਡੈਂਟ ਐਂਡ ਫੈਮਿਲੀ ਅਫੋਰਡੇਬਿਲਟੀ ਫੰਡ ਦੇ ਨਾਲ ਕੀਤੀ ਗਈ ਤਰੱਕੀ ਤੇ ਆਧਾਰਿਤ ਹੋਵੇਗਾ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। ਗੈਰ ਮੁਨਾਫਾ ਸੰਸਥਾਵਾਂ, ਦਾਨੀ ਲੋਕ ਤੇ ਪੈਰੈਂਟ
ਐਡਵਾਈਜ਼ਰੀ ਕੌਂਸਲ ਵਿਦਿਆਰਥੀਆਂ ਦੀਆਂ ਭੋਜਨ ਦੀਆਂ ਲੋੜਾਂ ਨੂੰ ਹੱਲ ਕਰਨ ਦੇ ਲਈ ਸਕੂਲਾਂ ਦੇ ਨਾਲ-ਨਾਲ ਜ਼ਰੂਰੀ ਭੂਮਿਕਾ ਨਿਭਾਉਂਦੇ ਰਹਿਣਗੇ, ਕਿਉਂਕਿ ਇਹ ਕਮਿਊਨਿਟੀ ਆਧਾਰਿਤ ਪ੍ਰੋਗਰਾਮ ਭੋਜਨ ਅਸੁਰੱਖਿਆ ਦੇ ਵੱਡੇ ਮੁੱਦੇ ਨੂੰ ਦਰਸਾਉਂਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਇਸ ਫੰਡਿੰਗ ਨੂੰ ਸਕੂਲਾਂ ਤੱਕ ਕਿਵੇਂ ਪਹੁੰਚਾਇਆ ਜਾਏਗਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤਬਦੀਲੀ ਵੀ ਹੋਣ ਦੇ ਆਸਾਰ ਨੇ, ਤਾਂ ਇਸ ਸੰਬੰਧੀ ਮਿਨਿਸਟਰ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ ਰਚਨਾ ਸਿੰਘ ਤੇ ਐਮਐਲਏ ਅਮਨ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਆਓ ਜਾਣਦੇ ਹਾਂ ਇਸ ਪ੍ਰੋਗਰਾਮ ਸੰਬੰਧੀ ਕੀ ਦਿੱਤੀ ਉਹਨਾਂ ਨੇ ਜਾਣਕਾਰੀ। ਸਕੂਲ ਜਿਹੜੀ ਫੂਡ ਫੰਡਿੰਗ ਨੂੰ ਲੈ ਕੇ ਅਨਾਉਂਸਮੈਂਟ ਕੀਤੀ ਗਈ ਹੈ, ਉਸ ਸੰਬੰਧੀ ਗੱਲਬਾਤ ਕਰਦੇ ਹਾਂ। ਐਮਐਲਏ ਸਾਡੇ ਨਾਲ ਅਮਨਦੀਪ ਸਿੰਘ ਜੀ ਵੀ ਜੁੜੇ ਨੇ। ਅਮਨ ਜੀ, ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਖਬਰ ਜਿਹੜੀ ਹੈ ਮੰਨੀ ਜਾ ਰਹੀ ਹੈ ਕਿ ਅਨਾਉਂਸਮੈਂਟ, ਹਾਲਾਂਕਿ ਅਨਾਉਂਸਮੈਂਟ ਥੋੜੀ ਦੇਰੀ ਨਾਲ ਜ਼ਰੂਰ ਕੀਤੀ ਗਈ ਹੈ, ਪਰ ਅੱਜ ਜੇ ਸਕੂਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਅਨਾਉਂਸਮੈਂਟ ਪਹੁੰਚੀ ਹੋਣੀ ਤਾਂ ਤੁਹਾਨੂੰ ਲੱਗਦਾ ਹੈ ਵੀ ਬਹੁਤ ਸਾਰੇ ਪਰਿਵਾਰ ਖੁਸ਼ ਹੋ ਗਏ? ਬਿਲਕੁਲ, ਮੇਨ ਮਕਸਦ ਇਹ ਹੈਗਾ ਹੈ ਕਿ ਜਿਹੜੇ ਬੱਚੇ ਆਉਂਦੇ ਨੇ ਸਮਟਾਈਮਸ ਬ੍ਰੈਕਫਾਸਟ ਭੁੱਲ ਜਾਂਦੇ ਨੇ ਜਾਂ ਉਹਨਾਂ ਦੀ ਫੈਮਲੀਜ਼ ਅਫੋਰਡ ਨਹੀਂ ਕਰ ਸਕਦੀਆਂ, ਉਹਨਾਂ ਨੂੰ ਹੁਣ ਖਾਣਾ ਮਿਲੇਗਾ। ਆਲਰੇਡੀ ਅਸੀਂ ਇਹ ਤੋਂ ਪਹਿਲਾਂ ਆਲਰੇਡੀ ਫੰਡਿੰਗ ਦਿੱਤੀ ਸੀਗੀ ਅਫੋਰਡੇਬਲ ਪ੍ਰੋਗਰਾਮਸ ਵਿੱਚ, ਸੋ ਸਕੂਲਸ ਵਰ ਆਲਰੇਡੀ ਫੰਡਡ, ਉਹਨਾਂ ਕੋਲ ਆਲਰੇਡੀ ਫੰਡਿੰਗ ਸੀਗੀ। ਇਹ ਹੁਣ ਪਰ ਜਿਹੜੀ ਫੰਡਿੰਗ ਪਹਿਲਾਂ ਮਿਲਦੀ ਸੀ ਸਕੂਲ ਵਿੱਚ ਉਹ ਪੀਰੀਓਡਿਕ ਫੰਡਿੰਗ ਸੀਗੀ। ਇਹ 214 ਮਿਲੀਅਨ ਵਟ ਇਟ ਡਜ਼ ਇਸ ਅਗਲੇ 3 ਸਾਲ ਲਈ ਕੰਸਿਸਟੈਂਟ ਫੰਡਿੰਗ ਹੈਗੀ ਹੈ। ਸੋ ਸਕੂਲ ਡਿਸਟ੍ਰਿਕਟਸ ਜਿਹੜੀਆਂ ਨਾਨ ਪ੍ਰੋਫਿਟ ਏਜੰਸੀਜ਼ ਹੈਗੀਆਂ ਆ, ਜਿੱਦਾਂ ਬ੍ਰੈਕਫਾਸਟ ਕਲੱਬ ਤੁਸੀਂ ਅੱਜ ਸਵੇਰੇ ਦੇਖਿਆ ਹੈ ਇੱਥੇ, ਉਹ ਹੁਣ ਕੰਸਿਸਟੈਂਟਲੀ ਅਗਲੇ 3 ਸਾਲ ਤੱਕ ਪਲਾਨ ਕਰ ਸਕਦੇ ਨੇ। ਅਤੇ ਇਹ ਫਿਰ 3 ਸਾਲ ਸਾਨੂੰ ਦਿੰਦੇ ਆ, ਗਵਰਨਮੈਂਟ ਨੂੰ ਦਿੰਦੇ ਆ ਪਲਾਨ ਕਰਨ ਲਈ, ਫੈਡਰਲ ਗਵਰਨਮੈਂਟ ਤੋਂ ਫੰਡਿੰਗ ਲੈਣ ਲਈ। ਕਿਉਂਕਿ ਦੇਖੋ ਅਸੀਂ ਹੁਣ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਤਾਂ 214 ਮਿਲੀਅਨ ਦੇ ਦਿੱਤੇ ਨੇ। ਇਹ ਬੇਸਿਕਲੀ ਆਲਸੋ ਸਿਗਨਲ ਹੈਗਾ ਹੈ ਸਾਡੀ ਜਿਹੜੀ ਉੱਪਰਲੀ ਸਰਕਾਰ ਹੈਗੀ ਹੈ ਫੈਡਰਲ ਗਵਰਨਮੈਂਟ ਨੂੰ, ਵੀ ਤੁਸੀਂ ਵੀ ਆਓ, ਰਾਈਟ, ਕਿਉਂਕਿ ਟੈਕਸਿਸ ਦੇ ਮੈਜੋਰਿਟੀ ਉਹਨਾਂ ਨੂੰ ਜਾਂਦੇ ਨੇ, ਤੁਸੀਂ ਵੀ ਆਓ, ਤੁਸੀਂ ਵੀ ਪਾਰਟਿਸਿਪੇਟ ਕਰੋ। ਅਤੇ ਇਹ ਜਿਹੜੇ ਪ੍ਰੋਗਰਾਮਸ ਹੈਗੇ ਨੇ ਸਿਰਫ ਨਾ ਕਰਕੇ ਸਿਰਫ 3 ਸਾਲ ਦੀ ਫੰਡਿੰਗ ਹੋਵੇ, ਇਹ ਲੌਂਗ ਟਰਮ ਫੰਡਿੰਗ ਹੋਵੇ। ਦੈਟਸ ਆਰ ਇਹ ਮਕਸਦ ਇਹ ਹੈਗਾ ਆ। ਜਦੋਂ ਗਲੋਬਲ ਪੱਧਰ ਦੇ ਉੱਤੇ ਦੇਖੀ ਜਾਏ ਤਾਂ ਇਨਫਲੇਸ਼ਨ ਦਾ ਅਸਰ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਹੈ। ਤੁਹਾਨੂੰ ਲੱਗਦਾ ਕਿ ਇਨਫਲੇਸ਼ਨ ਜੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੋ ਜਾਂਦੀ ਹੈ ਤਾਂ ਉਸ ਆਧਾਰ ਦੇ ਉੱਤੇ ਇਸ ਫੈਸਲੇ ਦੇ ਵਿੱਚ ਕੁਝ ਹੋਰ ਬਦਲਾਅ ਕੀਤੇ ਜਾ ਸਕਦੇ ਨੇ? ਦੇਖੋ ਇਨਫਲੇਸ਼ਨ ਜੋ ਹੈਗੀ ਆ ਹੋਪਫੁਲੀ ਇਹ ਟੈਂਪਰੇਰੀ ਥਿੰਗ ਹੈਗੀ ਹੈ, ਪਰ ਜਿਹੜੀ ਫੂਡ ਸਿਕਿਉਰਿਟੀ ਹੈ ਇਹ ਸਾਡੀ ਥਿੰਕਿੰਗ ਇਹ ਹੈਗੀ ਕਿ ਇਹ ਲੌਂਗ ਟਰਮ ਹੋਏਗੀ। ਅਤੇ ਜਿਹੜੀ ਸਪੈਸ਼ਲੀ ਬੱਚਿਆਂ ਨੂੰ ਫੂਡ ਦੀ ਪ੍ਰੋਬਲਮ ਸੀਗੀ, ਦਿਸ ਇਜ਼ ਸਮਥਿੰਗ ਦੈਟਸ ਬਿਨ ਦੇਅਰ ਫॉर ਸਮ ਟਾਈਮ, ਤਾਂ ਹੁਣ ਐਗਜ਼ੈਸਪਰੇਟ ਹੋ ਰਹੀ ਹੈ, ਜ਼ਿਆਦਾ ਆ ਰਹੀ ਹੈ, ਸੋ ਇਹ ਜਾ ਨਹੀਂ ਰਹੀ। ਸੋ ਇਹ ਜਿਹੜੀ ਫੰਡਿੰਗ ਹੋਏਗੀ ਅਤੇ ਜਿਹੜੀ ਇਸ ਤਰ੍ਹਾਂ ਦੀ ਗਾਂ ਜਾ ਕੇ ਵੀ ਫੰਡਿੰਗ ਹੋਏਗੀ, ਇਟ ਵਿਲ ਬੀ ਕੰਸਿਸਟੈਂਟ, ਬੀ ਸੈਟ ਫॉर ਦਿਸ। ਵਾਟ ਵੀ ਵਾਂਟ ਟੂ ਸੀ ਇਜ਼ ਵੀ ਵਾਂਟ ਟੂ ਸੀ ਅ ਸਿਸਟਮ ਇਨ ਪਲੇਸ। ਅਸੀਂ ਸਿਸਟਮ ਚਾਹੁੰਦੇ ਹਾਂ ਜਿਹੜਾ ਕੰਸਿਸਟੈਂਟ ਹੋਵੇ ਅਤੇ ਈਅਰ ਬਾਈ ਈਅਰ ਫੰਡਿੰਗ ਉਹਨਾਂ ਨੂੰ ਕੰਸਿਸਟੈਂਟਲੀ ਫॉर ਦ ਨੈਕਸਟ ਫਿਊ ਈਅਰਸ ਮਿਲੇ। ਸੋ ਇਹ ਜਿਹੜਾ ਪ੍ਰੋਗਰਾਮ ਹੈਗਾ ਇਟ ਵਿਲ ਸਟੇ, ਐਜ਼ ਲੌਂਗ ਐਜ਼ ਆਰ ਗਵਰਨਮੈਂਟ ਸਟੇਜ਼ ਦਿਸ ਪ੍ਰੋਗਰਾਮ ਵਿਲ ਸਟੇ। ਕਿੰਨੀ ਕੁ ਲੋੜ ਮਹਿਸੂਸ ਕੀਤੀ ਜਾ ਰਹੀ ਸੀਗੀ ਅਮਨ ਜੀ ਇਸ ਪ੍ਰੋਗਰਾਮ ਨੂੰ ਲਿਆਉਣ ਦੀ? ਦੇਖੋ ਅਸੀਂ ਬੜੇ ਮਿਨਿਸਟਰੀ ਨੇ ਸਰਵਿਸ ਕੀਤੇ ਨੇ, ਬੜੇ ਸਾਰੇ ਐਡਵੋਕੇਟਸ ਦੇ ਨਾਲ ਗੱਲ ਕੀਤੀ ਹੈ, ਪੇਰੈਂਟਸ ਐਡਵਾਈਜ਼ਰੀ ਗਰੁੱਪਸ ਦੇ ਨਾਲ ਗੱਲ ਕੀਤੀ ਸੀਗੀ, ਟੀਚਰਸ ਦੇ ਨਾਲ ਗੱਲ ਕੀਤੀ ਸੀਗੀ। ਅਤੇ ਤੁਸੀਂ ਐਕਚੁਅਲੀ ਮੈਂ ਹੈਰਾਨ ਸੀਗਾ ਕਿ ਜੇ ਤੁਸੀਂ ਹੁਣ ਸਕੂਲਸ ਵਿੱਚ ਜਾਓ ਜਿਨ੍ਹਾਂ ਵਿੱਚ ਫੂਡ ਪ੍ਰੋਗਰਾਮ ਨਹੀਂ ਹੈਗਾ ਹੈ, ਉੱਥੇ ਸਕੂਲ ਜਿਹੜੇ ਟੀਚਰਸ ਨੇ ਉਹ ਆਪਦੇ ਡੈਸਕ ਦੇ ਥੱਲੇ ਬਾਕਸਿਸ ਰੱਖਦੇ ਨੇ ਜਿਹਦੇ ਵਿੱਚ ਗ੍ਰੈਨੋਲਾ ਬਾਰਸ ਹੈਗੇ ਨੇ ਜਾਂ ਛੋਟੀਆਂ ਜਾਂ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ ਫॉर ਦੋਜ਼ ਸਟੂਡੈਂਟਸ ਦੈਟ ਕਮ ਇਨ ਹੰਗਰੀ। ਕਿਉਂਕਿ ਦ ਟੀਚਰਸ ਕੈਨ ਟੈਲ, ਰਾਈਟ, ਜਦੋਂ ਉਹਨਾਂ ਦੀ ਥੋੜ੍ਹੀ ਸੁਸਤ ਹੁੰਦੇ ਨੇ ਜਾਂ ਪੂਰੀ ਐਨਰਜੀ ਨਹੀਂ ਹੁੰਦੀ, ਟੀਚਰਸ ਨੂੰ ਪਤਾ ਹੈ ਵੀ ਇਹ ਬੱਚੇ ਨੂੰ ਪੂਰੀ ਨਿਊਟ੍ਰੀਸ਼ਨ ਨਹੀਂ ਮਿਲੀ। ਸੋ ਦੈਟ ਆਲਰੇਡੀ ਐਗਜ਼ਿਸਟਸ, ਨੀਡ ਜਿਹੜਾ ਹੈਗਾ ਇਟਸ ਬਿਨ ਦੇਅਰ ਫॉर ਅ ਲੌਂਗ ਟਾਈਮ, ਐਂਡ ਦਿਸ ਜਸਟ ਆਰ ਕਿਡਸ ਆਰ ਆਰ ਫਿਊਚਰ, ਸੋ ਦਿਸ ਫੀਡਸ ਦੈਟ ਨੀਡ। ਗੱਲਬਾਤ ਕਰਦੇ ਹਾਂ, ਰਚਨਾ ਜੀ ਇਸ ਵੇਲੇ ਜੁੜੇ ਹੋਏ ਨੇ। ਰਚਨਾ ਜੀ, ਸਭ ਤੋਂ ਪਹਿਲਾਂ ਤਾਂ ਇਸ ਅਨਾਉਂਸਮੈਂਟ ਦਾ ਬਹੁਤ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ, ਪਰ ਚਲੋ ਜੇ ਅੱਜ ਇਹ ਐਲਾਨ ਕਰ ਹੀ ਦਿੱਤਾ ਗਿਆ ਤਾਂ ਇਸ ਐਲਾਨ ਦੇ ਵਿੱਚ ਕਿਵੇਂ ਇਸ ਫੰਡਿੰਗ ਨੂੰ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਏਗਾ, ਕਿੰਨੇ ਸਕੂਲਾਂ ਨੂੰ ਇਸ ਨਾਲ ਰਾਹਤ ਮਿਲੇਗੀ? ਜੀ ਬਿਲਕੁਲ, ਅਸੀਂ ਜਾਣਦੇ ਹਾਂ ਕਿ ਅਫੋਰਡੇਬਿਲਿਟੀ ਜਿਹੜੀ ਮਹਿੰਗਾਈ ਕਰਕੇ ਜਿਹੜਾ ਪ੍ਰੈਸ਼ਰ ਹੈਗਾ ਫੈਮਲੀਜ਼ ਦੇ ਉੱਤੇ, ਅਤੇ ਉਹ ਪ੍ਰੈਸ਼ਰ ਜਿਹੜਾ ਬੱਚਿਆਂ ਦੇ ਉੱਤੇ ਵੀ ਆਉਂਦਾ ਹੈਗਾ ਕਿ ਸਪੈਸ਼ਲੀ ਜਿਹੜੀ ਗਰੋਸਰੀ ਦੀ ਕਾਸਟ ਇੰਨੀ ਜ਼ਿਆਦਾ ਵਧੀ ਹੋਈ ਹੈ। ਅਤੇ ਅਸੀਂ ਚਾਹੁੰਦੇ ਸੀਗੇ ਕਿ ਇੱਕ ਕੰਸਿਸਟੈਂਟ ਫੰਡਿੰਗ ਹੋਵੇ ਮੀਲਸ ਪ੍ਰੋਗਰਾਮ ਲਈ। ਅਸੀਂ ਪਿਛਲੇ ਸਾਲ 70 ਮਿਲੀਅਨ ਦੀ ਫੰਡਿੰਗ ਦਿੱਤੀ ਸੀ ਜਿਹੜੀ ਅਫੋਰਡੇਬਿਲਿਟੀ ਫੰਡ ਵਜੋਂ ਆਈ ਸੀਗੀ, ਪਰ ਉਹ 1 ਸਾਲ ਦੀ ਫੰਡਿੰਗ ਸੀਗੀ। ਪਰ ਜਿਹੜੇ ਸਾਰੇ ਜਿਹੜੇ ਸਕੂਲ ਪਾਰਟਨਰ ਸੀ, ਕਮਿਊਨਿਟੀ ਦੇ ਆਰਗੇਨਾਈਜੇਸ਼ਨ ਦੇ ਐਡਵੋਕੇਟ ਸੀਗੇ, ਉਹ ਕਹਿ ਰਹੇ ਸੀਗੇ ਇੱਕ ਕੰਸਿਸਟੈਂਟ ਫੰਡਿੰਗ ਦੀ ਲੋੜ ਹੈ। ਅਤੇ ਅੱਜ ਦੀ ਅਨਾਉਂਸਮੈਂਟ ਜਿਹੜੀ $214 ਮਿਲੀਅਨ ਦੀ ਅਨਾਉਂਸਮੈਂਟ ਹੈ, ਉਹਦੇ ਨਾਲ ਸਕੂਲ ਡਿਸਟ੍ਰਿਕਟ ਇੱਕ ਕੰਸਿਸਟੈਂਟ ਮੀਲ ਪ੍ਰੋਗਰਾਮ ਜੇ ਉਹਨਾਂ ਦਾ ਚੱਲ ਰਿਹਾ ਹੈਗਾ ਉਹਨੂੰ ਅੱਗੇ ਵਧਾ ਸਕਦੇ ਹੈ, ਜਾਂ ਜਿੱਥੇ ਨਹੀਂ ਚੱਲ ਰਿਹਾ ਹੈਗਾ ਉਹਨੂੰ ਸ਼ੁਰੂ ਕਰ ਸਕਦੇ ਹੈ। ਅਤੇ ਇਹ ਜਿਹੜੀ ਫੰਡਿੰਗ ਹੈ ਸਾਰੇ ਸਕੂਲ ਡਿਸਟ੍ਰਿਕਟਸ ਲਈ ਹੈਗੀ ਹੈ। ਜਿਹੜੇ 60 ਸਕੂਲ ਡਿਸਟ੍ਰਿਕਟ ਹੈ ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ 'ਚ, ਸਾਰੇ ਸਕੂਲ ਡਿਸਟ੍ਰਿਕਟਸ ਨੂੰ ਇਹ ਫੰਡਿੰਗ ਮਿਲੇਗੀ।
ਸੋ ਇਹਦੇ ਨਾਲ ਕਿਵੇਂ ਕਿ ਬੱਚਿਆਂ ਨੂੰ ਜਿਹੜਾ ਉਹ ਫਾਇਦਾ ਹੋਏਗਾ, ਕਿਉਂਕਿ ਸਕੂਲਾਂ ਦੇ ਵਿੱਚ ਇਸ ਫੰਡਿੰਗ ਨੂੰ ਹੈ ਪੜਾਅ ਦਰ ਪੜਾਅ ਤੁਸੀਂ ਜਿਹੜਾ ਡਿਸਟ੍ਰੀਬਿਊਟ ਕਰੋਗੇ, ਬੜੀ ਲੋੜ ਮਹਿਸੂਸ ਕੀਤੀ ਜਾ ਰਹੀ ਸੀਗੀ। ਜਦੋਂ ਤੁਸੀਂ ਖੁਦ ਦੌਰਾ ਕੀਤਾ ਜਾਂ ਰਿਵਿਊ ਸਰਕਾਰ ਤੱਕ ਪਹੁੰਚਿਆ, ਤੁਸੀਂ ਕੀ ਦੇਖਿਆ, ਕਿੰਨੀ ਕੁ ਘਾਟ ਮਹਿਸੂਸ ਕੀਤੀ, ਤੇ ਲੱਗਦਾ ਤੁਹਾਨੂੰ ਇਹ ਫੰਡਿੰਗ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋ ਸਕਦੀ ਹੈ ਸਕੂਲਾਂ ਲਈ? ਜੀ ਬਿਲकुल, बहुत ज़्यादा मैंने एक्साइटमेंट है इस चीज़ की। मैंने खुशी भी है कि पहली बार प्रोविंस ने, सरकार ने ਇੰਨੇ ਜ਼ਿਆਦਾ ਪੈਸੇ ਔਰ ਇੱਕ ਡੈਡੀਕੇਟਿਡ ਪੈਸੇ ਔਰ ਕੰਸਿਸਟੈਂਟ ਪੈਸੇ ਜਿਹੜੇ ਸਸਟੇਨੇਬਲ ਮੀਲ ਪ੍ਰੋਗਰਾਮ ਲਈ, ਬੇਸ਼ੱਕ ਉਹ ਮੀਲਸ ਹੈਗੀਆਂ, ਸਨੈਕਸ ਹੈਗੀਆਂ, ਬੱਚਿਆਂ ਨੂੰ ਫਰੂਟਸ ਵਗੈਰਾ ਚਾਹੀਦੇ ਹੈ, ਉਹ ਵਾਲੇ ਪ੍ਰੋਗਰਾਮ ਵਿੱਚ ਉਹ ਜਾਣਗੇ। ਉਹਦੀ ਬਹੁਤ ਜ਼ਿਆਦਾ ਜਿਹੜੀ ਲੋੜ ਹੈ। ਸਾਨੂੰ ਪਤਾ ਕਿ ਜਿਹੜੇ ਬੱਚੇ ਦਾ ਢਿੱਡ ਪੂਰਾ ਨਹੀਂ ਭਰਿਆ ਹੋਇਆ, ਉਹਨੂੰ ਲਰਨਿੰਗ 'ਚ ਵੀ ਕਾਫੀ ਜ਼ਿਆਦਾ ਦਿੱਕਤ ਆ ਸਕਦੀ ਹੈਗੀ ਹੈ, ਅਤੇ ਅਸੀਂ ਇਸ ਕਰਕੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹ ਫੰਡਿੰਗ ਜਲਦੀ ਤੋਂ ਜਲਦੀ ਮੁਹੱਈਆ ਕੀਤੀ ਜਾਵੇ ਸਕੂਲ ਡਿਸਟ੍ਰਿਕਟਸ ਨੂੰ। ਆਲਰੇਡੀ ਕਈ ਪ੍ਰੋਗਰਾਮ ਚੱਲ ਰਹੇ ਹੈਗੇ, ਅਸੀਂ ਉਹਨਾਂ ਦੇ ਕਈ ਮੈਂ ਵਧੀਆ ਐਗਜ਼ਾਮਪਲ ਦੇਖੇ। ਅੱਜ ਜਿੱਥੇ ਅਸੀਂ ਰਿਚਮੰਡ ਵਿੱਚ ਹੈਗੇ, ਇੱਥੇ ਕਾਫੀ ਵਧੀਆ ਮੀਲ ਪ੍ਰੋਗਰਾਮ ਹੈ, ਫੂਡ ਪ੍ਰੋਗਰਾਮ ਹੈਗਾ। ਅਸੀਂ ਚਾਹੁੰਦੇ ਹਾਂ ਕਿ ਇਹ ਫੰਡਿੰਗ ਉਸ ਪ੍ਰੋਗਰਾਮ ਨੂੰ ਹੋਰ ਇਨਹੈਂਸ ਕਰੇ। ਜਿਹੜਾ ਵੀ ਕੋਈ ਬੱਚਾ ਜਿਹਨੂੰ ਲੋੜ ਹੈ ਔਰ ਉਹਨੂੰ ਖਾਣੇ ਦੀ ਲੋੜ ਹੈ, ਉਹਨੂੰ ਉਹ ਜ਼ਰੂਰ ਦਿੱਤਾ ਜਾਵੇ। ਸਪਰਿੰਗ ਬ੍ਰੇਕ ਤੋਂ ਬਾਅਦ ਜਦੋਂ ਹੁਣ ਬੱਚਿਆਂ ਨੇ ਵਾਪਸੀ ਕੀਤੀ ਹੈ, ਤਾਂ ਕਈ ਸਕੂਲਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਉਹ ਕਾਫੀ ਹੱਦ ਤੱਕ ਆਪਣੀ ਭੁੱਖ ਪੂਰੀ ਨਹੀਂ ਕਰ ਪਾ ਰਹੇ। ਜਿੰਨਾ ਹਰ ਬੱਚੇ ਨੂੰ ਖਾਣਾ ਚਾਹੀਦਾ ਹੈ, ਸਕੂਲਾਂ ਦੇ ਵਿੱਚ ਵੀ ਉਹਨਾਂ ਨੂੰ ਘੱਟ ਮੁਹੱਈਆ ਕਰਾਇਆ ਜਾ ਰਿਹਾ ਹੈ। ਬੜੇ ਸਾਰੇ ਲੋਕਾਂ ਨੇ, ਬੜੇ ਸਾਰੇ ਬੱਚਿਆਂ ਨੇ ਤਾਂ ਕੰਪਰੋਮਾਈਜ਼ ਕੀਤਾ ਕਿ ਜਿਹੜੀਆਂ ਆਪਣੀਆਂ ਪਸੰਦੀਦਾ ਚੀਜ਼ਾਂ ਸੀ ਉਹਨਾਂ ਨੂੰ ਛੱਡਣੀਆਂ ਪਈਆਂ। ਹਾਲਾਤ ਅਜਿਹੇ ਬਣੇ ਨੇ ਕਿ ਆਰਥਿਕਤਾ ਨੂੰ ਜਦੋਂ ਦੇਖਿਆ ਜਾਂਦਾ ਤਾਂ ਉਦੋਂ ਬੈਂਕ ਆਫ ਕੈਨੇਡਾ ਵੀ ਇਹੀ ਗੱਲ ਕਹਿੰਦਾ ਵੀ ਇਨਫਲੇਸ਼ਨ ਤੇ ਸਾਡੀ ਨਜ਼ਰ ਬਣੀ ਰਹੇਗੀ। ਇਨਫਲੇਸ਼ਨ ਦੇ ਅਕੋਰਡਿੰਗਲੀ ਕੀ ਅੱਗੇ ਇਸ ਡਿਸੀਜਨ ਨੂੰ ਹੋਰ ਬਦਲਿਆ ਜਾ ਸਕਦਾ ਜਾਂ ਹੋਰ ਵੀ ਵਧੀਆ ਕੀਤਾ ਜਾ ਸਕਦਾ? ਜੀ ਬਿਲਕੁਲ, ਸਾਡੀ ਸਰਕਾਰ ਦਾ ਹਮੇਸ਼ਾ ਹੀ ਮਨਸ਼ਾ ਰਿਹਾ ਹੈਗਾ ਅਫੋਰਡੇਬਿਲਿਟੀ। ਸਾਨੂੰ ਪਤਾ ਹੈ ਕਿ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈਗੀ ਹੈ। ਜਦ ਤੋਂ ਅਸੀਂ ਸਰਕਾਰ ਵਿੱਚ ਆਏ ਹੈਗੇ 2017 ਵਿੱਚ, ਅਸੀਂ ਬਹੁਤ ਜ਼ਿਆਦਾ ਐਵੇਂ ਦੇ ਕਦਮ ਚੱਕੇ ਹੈ ਕਿ ਜਿਹਦੇ ਨਾਲ ਲੋਕਾਂ ਨੂੰ ਅਫੋਰਡੇਬਿਲਿਟੀ ਦਾ, ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਸਕੇ। ਬੇਸ਼ੱਕ ਉਹ MSP ਪ੍ਰੀਮੀਅਮਸ ਹਟਾਉਣਾ ਸੀਗਾ ਜਾਂ ਟੋਲਸ ਹਟਾਉਣਾ ਸੀਗਾ। ਔਰ ਜਿਹੜਾ ਖਾਣੇ ਦੀ ਜਿੱਥੋਂ ਗੱਲ ਆਉਂਦੀ ਹੈ, ਆਈ ਥਿੰਕ ਕਿ ਬਹੁਤ ਹੀ ਜ਼ਿਆਦਾ ਇਮੋਸ਼ਨਲ ਕਰਦਾ ਹੈ ਤੁਹਾਨੂੰ, ਜਦ ਤੁਹਾਨੂੰ ਪਤਾ ਚੱਲੇ ਕਿ ਤੁਹਾਡਾ ਕੋਈ ਵੀ ਬੱਚਾ ਜਿਹੜਾ ਭੁੱਖਾ ਜਾ ਰਿਹਾ ਹੈ। ਔਰ ਐਜ਼ ਅ ਪੇਰੈਂਟ ਮਾਈ ਸੈਲਫ, ਮੈਂ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਫੰਡਿੰਗ ਜਿਹੜੀ ਹੈ ਕਿ ਕੰਸਿਸਟੈਂਟ ਫੰਡਿੰਗ ਹੈ, ਕਿ ਇਹ ਨਹੀਂ ਕਿ ਇੱਕ ਟਾਈਮ ਦੇ ਤੀ ਉਸ ਤੋਂ ਬਾਅਦ ਖਤਮ ਹੋ ਗਈ ਹੈ। 3 ਸਾਲਾਂ ਲਈ ਇੱਕ ਲਗਾਤਾਰ ਫੰਡਿੰਗ ਹੈ। ਉਸ ਤੋਂ ਬਾਅਦ ਵੀ ਸਾਡੀ ਕੋਸ਼ਿਸ਼ ਹੈ ਕਿ ਕਿਵੇਂ ਇਹਨੂੰ ਹੋਰ ਵਧਾਇਆ ਜਾਵੇ। ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ ਸਾਰੇ ਲੋਕਾਂ ਨੂੰ, ਕਿਉਂਕਿ ਅੱਜ ਇਸ ਅਨਾਉਂਸਮੈਂਟ ਨੂੰ ਸ਼ਾਇਦ ਘਰ ਘਰ ਤੱਕ ਜਦੋਂ ਪਹੁੰਚੂਗੀ, ਸਕੂਲਾਂ ਤੱਕ ਪਹੁੰਚੂਗੀ, ਬੜੇ ਸਾਰੇ ਸਕੂਲਾਂ ਲਈ ਚੰਗੀ ਖਬਰ ਹੋਏ। ਜੀ ਬਿਲਕੁਲ, ਮੈਂ ਕਹੂੰਗੀ ਕਿ ਹਰ ਬੱਚਾ ਉਹਨੂੰ ਇੱਕ ਉਹਦਾ ਅੱਛੀ ਤਰ੍ਹਾਂ ਉਹਨੂੰ ਇੱਕ ਨਿਊਟ੍ਰੀਸ਼ੀਅਸ ਖਾਣਾ ਮਿਲ ਸਕੇ, ਉਹਨੂੰ ਅੱਛੀ ਸਿਹਤ ਹੋਵੇ ਉਹਦੀ, ਔਰ ਤਾਂ ਹੀ ਉਹ ਚਾਹੀਦਾ ਉਹ ਪੜ੍ਹਾਈ ਵਿੱਚ ਧਿਆਨ ਦੇ ਸਕੇ। ਇਹੀ ਸਾਡੀ ਸਰਕਾਰ ਦੀ ਕਮਿਟਮੈਂਟ ਹੈ ਐਜ਼ ਐਨ ਐਜੂਕੇਸ਼ਨ ਮਿਨਿਸਟਰ ਔਰ ਐਜ਼ ਅ ਪੇਰੈਂਟ ਮਾਈ ਸੈਲਫ, ਐਜ਼ ਅ ਮਦਰ ਮਾਈ ਸੈਲਫ। ਮੈਨੂੰ ਅੱਜ ਦੀ ਅਨਾਉਂਸਮੈਂਟ ਕਰਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਔਰ ਇਹ ਕਾਫੀ ਜ਼ਿਆਦਾ ਰਾਹਤ ਦੇਗੀ ਸਕੂਲ ਡਿਸਟ੍ਰਿਕਟਸ ਆਲ ਅਕ੍ਰੋਸ ਦਾ ਪ੍ਰੋਵਿੰਸ। ਸ਼ੁਕਰੀਆ ਜੀ, ਸ਼ੁਕਰੀਆ। ਸੋ ਰਚਨਾ ਸਿੰਘ ਜਿਹੜੇ ਕਿ ਐਜੂਕੇਸ਼ਨ ਮਿਨਿਸਟਰ ਵੀ ਹੈਗੇ ਨੇ, ਤੇ ਬਤੌਰ ਉਹਨਾਂ ਨੇ ਇੱਕ ਪੈਰੈਂਟ ਹੋਣ ਦੇ ਨਾਤੇ ਇਹ ਗੱਲ ਕਹੀ ਹੈ ਕਿ ਇਸ ਅਨਾਉਂਸਮੈਂਟ ਨੂੰ ਕਰਦੇ ਹੋਏ ਉਹਨਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਇਹ ਫੰਡਿੰਗ ਸੂਬੇ ਦੇ 60 ਸਕੂਲਾਂ ਨੂੰ ਦਿੱਤੀ ਜਾਣੀ ਹੈ, ਜਿਸ ਨਾਲ ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ। ਤੇ ਜਿਹੜੇ ਖਾਣੇ ਨੂੰ ਲੈ ਕੇ, ਜਿਹੜੇ ਫੂਡ ਨੂੰ ਲੈ ਕੇ ਬੱਚਿਆਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਸੀਗਾ, ਉਹ ਕੰਪਰੋਮਾਈਜ਼ ਉਹਨਾਂ ਦਾ ਹੁਣ ਨਹੀਂ ਹੋਵੇਗਾ। ਚੰਗਾ ਭੋਜਨ ਸਕੂਲਾਂ ਦੇ ਵਿੱਚ ਉਹ ਖਾ ਸਕਣਗੇ। ਅਮਿਤ ਪਨੇਸਰ ਦੇ ਨਾਲ ਸ਼ੈਰੀ ਗੌਰਵਾ, ਰਿਚਮੰਡ। ਬਹੁਤ ਸਾਰੇ ਕੈਨੇਡੀਅਨ ਵੱਡੇ ਕਰਿਆਨੇ ਵਾਲੇ ਭੋਜਨ ਦੀਆਂ ਵੱਧਦੀਆਂ ਕੀਮਤਾਂ ਦੇ ਵਿਚਕਾਰ ਜਨਤਕ ਭਰੋਸਾ ਗਵਾ ਰਹੇ ਨੇ। ਪੋਲ ਦੀ ਰਿਪੋਰਟ ਇਹ ਦਰਸਾ ਰਹੀ ਹੈ। ਇਹ ਸਰਵੇਖਣ ਮਾਰਚ 2023 ਦੇ ਵਿੱਚ ਕਰਵਾਇਆ ਗਿਆ ਸੀ ਤੇ ਇਸ ਦੇ ਵਿੱਚ ਦੇਸ਼ ਭਰ ਦੇ ਲਗਭਗ 10,000 ਉੱਤਰਦਾਤਾ ਸ਼ਾਮਿਲ ਸਨ। ਇੱਕ ਨਵਾਂ ਸਰਵੇਖਣ ਸੁਝਾਅ ਦਿੰਦਾ ਹੈ ਕਿ ਭੋਜਨ ਦੀਆਂ ਵੱਧਦੀਆਂ ਕੀਮਤਾਂ ਕੈਨੇਡੀਅਨ ਖਪਤਕਾਰਾਂ ਦਾ ਵੱਡੇ ਕਰਿਆਨੇ ਤੇ ਭਰੋਸਾ ਘਟਾ ਰਹੀਆਂ ਨੇ। ਡਲਹੌਜ਼ੀ ਯੂਨੀਵਰਸਿਟੀ ਵਿਖੇ ਐਗਰੀ ਫੂਡਸ ਐਨਾਲਿਸਿਸ ਲੈਬ ਦੁਆਰਾ ਕਰਵਾਏ ਗਏ ਤਾਜ਼ਾ ਸਰਵੇਖਣ ਕੈਨੇਡੀਅਨਾਂ ਨੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਕਰਿਆਨੇ ਦੀ ਮਹਿੰਗਾਈ ਨਾਲ ਨਜਿੱਠਣ ਲਈ ਕੀਤਾ ਗਿਆ। ਭੋਜਨ ਦੀ ਵੱਧਦੀ ਕੀਮਤ ਦੇਸ਼ ਦੇ 3 ਪ੍ਰਮੁੱਖ ਕਰਿਆਨੇ ਦੇ ਰਿਕਾਰਡ ਉੱਚ ਮੁਨਾਫੇ ਦੀ ਰਿਪੋਰਟ ਕਰਨ ਦੇ ਨਾਲ ਮੇਲ ਖਾਂਦੀ ਹੈ। ਕਰਿਆਨੇ ਵਾਲੇ ਆਪਣੀਆਂ ਅਲਮਾਰੀਆਂ ਨੂੰ ਸਭ ਤੋਂ ਤਾਜ਼ੇ ਉਤਪਾਦਾਂ ਤੇ ਵਧੀਆ ਚੀਜ਼ਾਂ ਨਾਲ ਸਟਾਕ ਕਰ ਸਕਦੇ ਨੇ, ਪਰ ਉਹਨਾਂ ਦੇ ਖਪਤਕਾਰਾਂ ਦੇ ਭਰੋਸੇ ਤੋਂ ਬਿਨਾਂ ਉਹਨਾਂ ਦੀਆਂ ਪੇਸ਼ਕਸ਼ਾਂ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ। ਕਰਿਆਨੇ ਲਈ ਪਾਰਦਰਸ਼ਤਾ, ਐਥਿਕਸ ਤੇ ਸਥਿਰਤਾ ਅੱਗੇ ਵਧਣ ਲਈ ਹੋਰ ਵੀ ਮਹੱਤਵਪੂਰਨ ਹੋਵੇਗੀ। ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 30% ਕੈਨੇਡੀਅਨ ਦਾ ਮੰਨਣਾ ਹੈ ਕਿ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦਾ ਮੁੱਖ ਕਾਰਨ ਕਰਿਆਨੇ ਦੀ ਲੜੀ ਦੀਆਂ ਕੀਮਤਾਂ ਵਿੱਚ ਵਾਧਾ ਹੈ, ਜਿਸ ਵਿੱਚ ontario ਵਿੱਚ ਸਿਰਫ 31% ਉੱਤਰਦਾਤਾ ਸ਼ਾਮਿਲ ਨੇ। ਸਿਰਫ 30% ਤੋਂ ਘੱਟ ਕੈਨੇਡੀਅਨ ਦਾ ਮੰਨਣਾ ਹੈ
ਕਿ ਮਹਿੰਗਾਈ ਕੀਮਤ ਵਧਣ ਦਾ ਕਾਰਨ ਹੈ। ਲਵਲੈ ਕੰਪਨੀਜ਼ ਲਿਮਿਟਿਡ, ਮੈਟਰੋ ਇੰਕ ਤੇ ਐਮਪਾਇਰ ਕੰਪਨੀ ਲਿਮਿਟਿਡ ਜੋ ਸੋਬੇ ਸੇਫਵੇ ਤੇ ਫਰੈਸ਼ਕੋ ਸਮੇਤ ਚੇਨਾਂ ਦਾ ਸੰਚਾਲਨ ਕਰਦੀਆਂ ਨੇ ਦੇ CEO ਤੇ ਪ੍ਰਧਾਨ ਪਿਛਲੇ ਮਹੀਨੇ ਇੱਕ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਉਹਨਾਂ ਦੀ ਗਵਾਹੀ ਸੰਘੀ ਰਾਜਨੇਤਾ ਦੁਆਰਾ ਉਦਯੋਗ ਨੂੰ ਇਸ ਬਾਰੇ ਵਧੇਰੇ ਪਾਰਦਰਸ਼ੀ ਹੋਣ ਦੀ ਮੰਗ ਦੇ ਵਿਚਕਾਰ ਆਈ ਹੈ, ਜਿਸ ਦੇ ਮੁਨਾਫੇ ਨੂੰ ਚਲਾਇਆ ਕਿਵੇਂ ਜਾ ਰਿਹਾ ਹੈ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਖੁਰਾਕੀ ਵਸਤਾਂ ਦੀ ਮਹਿੰਗਾਈ ਮੁਨਾਫਾਖੋਰੀ ਕਰਨ ਲਈ ਨਹੀਂ ਹੁੰਦੀ ਹੈ, ਭੋਜਨ ਨਾਲ ਸੰਬੰਧਿਤ ਮੁਨਾਫੇ ਤੇ ਉਹਨਾਂ ਦਾ ਮਾਰਜਨ ਘਟ ਰਿਹਾ ਹੈ। ਸਰਵੇਖਣ ਦੇ ਅਨੁਸਾਰ ਕਾਰਵਾਈ ਦੀ ਪਾਲਣਾ ਕਰਨ ਵਾਲੇ ਲਗਭਗ 1/4 ਕੈਨੇਡੀਅਨ ਨੇ ਮਹਿਸੂਸ ਕੀਤਾ ਹੈ ਕਿ 3 ਸਭ ਤੋਂ ਵੱਡੀ ਸੁਪਰਮਾਰਕੀਟ ਚੇਨਾਂ ਦੇ ਮੁਖੀਆਂ ਨੇ ਉਹਨਾਂ ਦੀਆਂ ਗਵਾਹੀਆਂ ਦੌਰਾਨ ਪਾਰਦਰਸ਼ਤਾ ਅਤੇ ਆਉਣ ਵਾਲੇ ਸਮੇਂ ਨੂੰ ਦੇਖਿਆ ਹੈ। ਕੈਨੇਡੀਅਨ ਪ੍ਰੈਸ ਵਿੱਚ ਕਰਿਆਨੇ ਦੇ ਕੋਡ ਦੇ ਇੱਕ ਕਾਰਜਕਾਰੀ ਖਰੜੇ ਵਿੱਚ ਉਹ ਵਿਵਸਥਾ ਸ਼ਾਮਲ ਹੈ ਜੋ ਕਿ ਕਰਿਆਨੇ ਜਾਂ ਸਪਲਾਇਰਾਂ ਨੂੰ ਇੱਕ ਪਾਸੜ ਤੌਰ ਤੇ ਇਕਰਾਰਨਾਮੇ ਨੂੰ ਬਦਲਣ ਤੋਂ ਰੋਕਦੇ ਨੇ। ਇਹ ਜੁਰਮਾਨੇ ਤੇ ਸਪਲਾਈ ਦੀ ਨਿਰਪੱਖ ਵੰਡ ਲਈ ਨਿਯਮ ਵੀ ਬਣਾਉਂਦੇ ਨੇ ਜਦੋਂ ਉਤਪਾਦ ਦੀ ਉਪਲਬਧਤਾ ਮੰਗ ਨੂੰ ਪੂਰਾ ਨਹੀਂ ਕਰ ਪਾਉਂਦੀ। ਸਰਵੇਖਣ ਦੇ 2/3 ਤੋਂ ਵੱਧ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਇੱਕ ਕੋਡ ਦਾ ਸਮਰਥਨ ਕਰਨਗੇ ਜੋ ਵੱਡੇ ਕਰਿਆਨੇ ਦੇ ਪ੍ਰਭਾਵ ਨੂੰ ਸੀਮਿਤ ਕਰਦਾ ਹੈ ਤੇ ਸੁਤੰਤਰ ਕਰਿਆਨੇ ਦੀ ਮਦਦ ਕਰਦਾ ਹੈ। ਇਹ ਸਰਵੇਖਣ ਮਾਰਚ 2023 ਦੇ ਵਿੱਚ ਕਰਵਾਇਆ ਗਿਆ ਸੀ ਤੇ ਇਸ ਵਿੱਚ ਲਗਭਗ 10,000 ਉੱਤਰਦਾਤਾ ਸ਼ਾਮਿਲ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫਿਲਹਾਲ ਰੁਕਦੇ ਹਾਂ ਇੱਥੇ ਕੁਝ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਸਿਟੀ ਆਫ ਸਰੀ ਦੇ ਵੱਲੋਂ 12.5% ਦੀ ਪ੍ਰੋਪਰਟੀ ਟੈਕਸ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਾਅਦੇ ਤੋਂ ਬਾਅਦ ਲੋਕਾਂ ਦੇ ਵਿੱਚ ਕਈ ਕਿਸਮ ਦੀਆਂ ਚਰਚਾਵਾਂ ਵੀ ਪਣਪ ਰਹੀਆਂ ਨੇ। ਕੌਂਸਲਰ ਮਨਦੀਪ ਨਾਗਰਾ ਨੇ ਇਸ ਸੰਬੰਧੀ ਚੈਨਲ ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਵਾਅਦੇ ਨੂੰ ਰੋਕਿਆ ਜਾ ਸਕਦਾ ਸੀ। ਸਿਟੀ ਆਫ ਸਰੀ ਦੇ ਵੱਲੋਂ 12.5% ਪ੍ਰੋਪਰਟੀ ਟੈਕਸ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਸਾਡੇ ਨਾਲ ਕੌਂਸਲਰ ਮਨਦੀਪ ਨਾਗਰਾ ਨੇ, ਉਹਨਾਂ ਤੋਂ ਜਾਣਦੇ ਹਾਂ। ਨਾਗਰਾ ਸਾਹਿਬ, 12.5% ਪ੍ਰੋਪਰਟੀ ਟੈਕਸ ਵਧਾਇਆ ਗਿਆ, ਤੁਸੀਂ ਇਹਦੇ ਹੱਕ 'ਚ ਨਹੀਂ ਭੁਗਤੇ, ਤੁਸੀਂ ਇਹਦਾ ਵਿਰੋਧ ਕੀਤਾ, ਤਾਂ ਹੁਣ ਮੇਅਰ ਕੀ ਕਹਿ ਰਿਹਾ? ਉਹ ਕਹਿ ਰਹੇ ਕਿ ਜ਼ਰੂਰਤ ਸੀ ਇਹਦੀ ਵਧਾਉਣ ਦੀ, ਇਹ ਤਾਂ ਅੱਗੇ ਵੀ ਵਧਾਉਣਾ ਪੈਣਾ। ਤੁਹਾਡਾ ਕੀ ਨਜ਼ਰੀਆ? ਦੇਖੋ, ਸਾਨੂੰ ਜਦੋਂ ਆਪਾਂ ਸਿਟੀ ਰਨ ਕਰਦੇ ਹਾਂ ਜਾਂ ਗਵਰਨਮੈਂਟ ਰਨ ਕਰਦੇ, ਸਾਨੂੰ ਦੇਖਣਾ ਪੈਂਦਾ ਕਿ ਕਿਹੜੀਆਂ ਸਾਡੀ ਪ੍ਰਾਇਓਰਿਟੀਜ਼ ਕੀ ਨੇ, ਕਿਹੜੀ ਚੀਜ਼ ਸਾਨੂੰ ਅੱਜ ਚਾਹੀਦੀ ਹੈ, ਕਿਹੜੀ ਕੱਲ੍ਹ ਚਾਹੀਦੀ, ਕਿਹੜੀ ਪਰਸੋਂ ਚਾਹੀਦੀ ਆ, ਕਿਹੜੀ ਚੀਜ਼ ਸਭ ਤੋਂ ਜ਼ਿਆਦਾ। ਅੱਜ ਦੇ ਟਾਈਮ ਦੇ ਵਿੱਚ ਜੋ ਹੋ ਰਿਹਾ, ਇੰਟਰਸਟ ਰੇਟ ਬਹੁਤ ਜ਼ਿਆਦਾ ਵਧੇ ਹੋਏ ਨੇ। ਤੁਹਾਡੀਆਂ ਹਰ ਇੱਕ ਦੀ ਮੌਰਗੇਜ ਪੇਮੈਂਟਸ ਅਪ ਨੇ ਇਸ ਟਾਈਮ, ਹਰੇਕ ਦੀ ਜਿਨ੍ਹਾਂ ਦੀਆਂ ਕਾਰ ਚਾਹੇ ਫਾਈਨੈਂਸ 'ਤੇ ਨੇ, ਲੀਜ਼ 'ਤੇ ਨੇ, ਕਾਰ ਦੀਆਂ ਪੇਮੈਂਟਸ ਅਪ ਨੇ। ਸਾਡੇ ਗਰੋਸਰੀ ਦੇ ਬਿੱਲ ਜ਼ਿਆਦਾ ਆਏ ਨੇ, ਇਨਫਲੇਸ਼ਨ ਆਲ ਟਾਈਮ ਹਾਈ ਹੈਗੀ ਆ। ਰਾਈਟ ਟਾਈਮ ਨਹੀਂ ਹੈਗਾ ਜਿਹੜੇ ਸਿਟੀ ਦੇ ਖਰਚੇ ਵਧਾਉਣ ਦਾ। ਇਹ ਟਾਈਮ ਸੀਗਾ ਕਿ ਆਪਾਂ ਥੋੜ੍ਹਾ ਜਿਹਾ ਰਿਲੈਕਸ ਰੱਖਦੇ ਤਾਂ ਕਿ ਜਿਹੜੇ ਆਪਣੇ ਰੈਜ਼ੀਡੈਂਟਸ ਆ, ਜਿਹੜੇ ਹੋਰ ਵਧੇ ਹੋਏ ਖਰਚੇ ਆ, ਉਹਨਾਂ ਨੂੰ ਪਹਿਲੇ ਉਹ ਆਪਣੇ ਮੈਨੇਜ ਕਰ ਲੈਂਦੇ। ਸੰਭਵ ਬਹੁਤ ਔਖੇ ਤਰੀਕੇ ਨਾਲ ਹੁਣ ਵੀ ਮੈਨੇਜ ਕਰ ਰਹੇ ਨੇ, ਪਰ ਜਦੋਂ ਉਹਨਾਂ ਦੇ ਨਾਲ ਥੋੜ੍ਹਾ ਸੈਟਲਮੈਂਟ ਹੋ ਜਾਂਦੀ, ਉਸ ਤੋਂ ਬਾਅਦ ਆ ਮੇ ਬੀ ਸਿਟੀ ਦੇ ਵਿੱਚ ਜਿਹੜੇ ਹੋਰ ਪ੍ਰੋਜੈਕਟਸ ਕਰਨੇ ਸੀਗੇ ਆਪਾਂ ਉਹ ਕੰਟੀਨਿਊ ਕਰ ਸਕਦੇ ਸੀਗੇ, ਪਰ ਰਾਈਟ ਟਾਈਮ ਨਹੀਂ ਸੀਗਾ। ਇਸ ਕਰਕੇ ਮੈਂ ਇਹਦਾ ਅਪੋਜ਼ ਕੀਤਾ। ਪਰ ਉਹ ਸਿੱਧੇ ਰੂਪ 'ਚ ਕਹਿੰਦੇ ਕਿ ਡੱਗ ਮੈਕਲਮ ਦੀ ਅਗਵਾਈ ਵਾਲੀ ਜਿਹੜੀ ਕੌਂਸਲ ਸੀ, ਉਹਨਾਂ ਨੇ ਉਦੋਂ ਇਨਕਰੀਜ਼ ਉਸ ਢੰਗ ਨਾਲ ਨਹੀਂ ਕੀਤੇ, ਟੈਕਸ ਮੈਨੇਜਮੈਂਟ ਬੈਟਰ ਨਹੀਂ ਕੀਤੀ, ਸਾਨੂੰ ਤਾਂ ਇਹ ਕਦਮ ਚੱਕਣਾ ਹੀ ਪੈਣਾ ਸੀ। ਜਿਹੜੇ ਪਿਛਲੇ ਡੱਗ ਮੈਕਲਮ ਦੇ ਟਾਈਮ ਦੇ ਵਿੱਚ 4 ਸਾਲ ਦੇ ਵਿੱਚ ਜਿੰਨੇ ਸਰੀ ਦੇ ਵਿੱਚ ਪ੍ਰੋਜੈਕਟ ਹੋਏ, ਉਨੇ ਹਿਸਟੋਰੀਕਲੀ ਕਦੀ ਵੀ ਇੰਨੇ ਪ੍ਰੋਜੈਕਟਸ ਨਹੀਂ ਹੋਏ। ਆਪਾਂ ਅੱਜ ਨਿਊਟਨ ਐਥਲੈਟਿਕ ਫੀਲਡ ਦੇ ਵਿੱਚ ਖੜ੍ਹੇ ਹਾਂ, ਇੱਥੇ ਵਾਕਿੰਗ ਟਰੈਕ ਬਣਿਆ ਹੋਇਆ, 2 ਨਵੀਆਂ ਫੀਲਡਸ ਬਣੀਆਂ ਹੋਈਆਂ ਹੈਗੀਆਂ, ਇੱਥੇ ਆਲਰੇਡੀ ਫੰਡਿੰਗ ਹੈਗੀ ਆ ਨਵੇਂ ਕਲੱਬ ਹਾਊਸ ਦੀ। ਇੱਦਾਂ ਦੇ ਮੈਂ ਲਿਸਟ ਬਹੁਤ ਲੰਮੀ ਆ ਜਿਹੜੇ ਇੱਦਾਂ ਦੇ ਪ੍ਰੋਜੈਕਟਸ ਜਿਹੜੇ ਪਿਛਲੇ 15 ਸਾਲ ਤੋਂ। ਬੇਅਰ ਕ੍ਰੀਕ ਸਟੇਡੀਅਮ ਜਿਹੜਾ ਹੈ, ਉੱਥੇ ਜਿਹੜੀ ਸੀਟਿੰਗ 1984 ਦੀ ਸੀਗੀ, ਅੱਜ ਉੱਥੇ ਕੰਸਟਰਕਸ਼ਨ ਚੱਲ ਰਹੀ ਆ। ਪਿਛਲੇ 4 ਸਾਲ ਦੇ ਵਿੱਚ ਜਿੰਨੇ ਨਵੇਂ ਪ੍ਰੋਜੈਕਟਸ ਆਏ ਨੇ ਉਹ ਉਹਨੇ ਕਦੀ ਸਰੀ ਦੇ ਵਿੱਚ ਆਏ ਨਹੀਂ। 84th ਐਵੀਨਿਊ ਜਿਹੜਾ 2009 ਤੋਂ ਚੱਲ ਰਿਹਾ ਸੀਗਾ, ਉਹ ਬਣ ਕੇ ਇਲੈਕਸ਼ਨ ਤੋਂ ਪਹਿਲੇ ਰੈਡੀ ਹੋ ਚੁੱਕਿਆ, ਹਜੇ ਤੱਕ ਖੋਲ੍ਹਿਆ ਨਹੀਂ ਗਿਆ। ਸੋ ਇਹ ਮਨੀ ਨੂੰ ਬੈਟਰ ਮੈਨੇਜ ਕਰਨਾ ਹੀ ਜਿਹੜਾ ਸਕਸੈਸਫੁਲੀ ਸਿਟੀ ਨੂੰ ਰਨ ਕਰਨਾ ਹੁੰਦਾ। ਸੋ ਬਿਲਕੁਲ ਰਾਈਟ ਟਾਈਮ ਨਹੀਂ ਸੀਗਾ। ਇਹ ਬਹੁਤ ਇੱਕ ਪੁਰਾਣੀ ਚੀਜ਼ ਚੱਲੀ ਆ ਰਹੀ ਹੈ ਕਿ ਜਦੋਂ ਨਵੀਂ ਕਾਉਂਸਲ ਆਉਂਦੀ, ਪੁਰਾਣੀ ਕਾਉਂਸਲਸ ਨੂੰ ਉਹ ਸਾਰਾ ਉਹਨਾਂ ਦਾ ਐਲੀਗੇਸ਼ਨਸ ਉਹਨਾਂ 'ਤੇ ਲਾ ਦਿੰਦੇ ਨੇ, ਉਹਨਾਂ ਨੇ ਰਨ ਨਹੀਂ ਕੀਤਾ ਬੈਟਰ, ਇਸ ਕਰਕੇ ਵਧਾਏ ਆ। ਪਰ ਇਹ ਕੋਈ ਚੰਗੀ ਐਕਸਕਿਊਜ਼ ਨਹੀਂ ਹੈ ਕਿ ਆਪਾਂ ਪੁਰਾਣੀ ਕਾਉਂਸਲ ਨੂੰ ਬਲੇਮ ਕਰੀ ਜਾਈਏ ਕਿ ਉਹਨਾਂ ਦਾ ਕਰਕੇ ਟੈਕਸਿਸ ਵਧੇ ਨੇ। ਆਪਾਂ ਨੂੰ ਬੈਟਰ ਮੈਨੇਜਮੈਂਟ ਕਰਨੀ ਪੈਣੀ ਆ, ਆਪਾਂ ਨੂੰ ਦੇਖਣਾ ਪੈਣਾ, ਟਾਈਮਿੰਗ ਦੇਖਣੀ ਪੈਣੀ ਆ। ਜੇ ਪਿਛਲੀ ਵਾਰ ਅਸੀਂ ਕੈਪੀਟਲ ਜਿਹੜਾ ਪਾਰਸਲ 'ਤੇ ਟੈਕਸ ਲਾਇਆ ਸੀਗਾ, ਉਸ ਟਾਈਮ ਜਿਹੜੇ ਸਾਡੇ ਇੰਟਰਸਟ ਰੇਟ ਸੀਗੇ ਹਿਸਟੋਰੀਕਲੀ ਲੋ ਸੀਗੇ। ਉਸ ਟਾਈਮ ਜਿਹੜੀਆਂ ਸਾਡੀਆਂ ਪੇਮੈਂਟਸ ਸੀਗੀਆਂ ਬਹੁਤ ਘੱਟ ਸੀਗੀਆਂ। ਉਸ ਟਾਈਮ ਸਿਟੀ ਨੇ ਬੋਰੋ ਕਰਕੇ ਕੈਪੀਟਲ ਪ੍ਰੋਜੈਕਟਸ 'ਤੇ ਜਿਹੜਾ ਫੰਡ ਕਰਨੇ, ਕੈਪੀਟਲ ਪ੍ਰੋਜੈਕਟਸ ਲੈ ਕੇ ਉਹਨਾਂ ਚੰਗੀ ਗੱਲ ਹੈ, ਕਿਉਂਕਿ ਉਸ ਟਾਈਮ ਇਨਫਲੇਸ਼ਨ ਘੱਟ ਸੀ, ਸਾਡੇ ਇੰਟਰਸਟ ਰੇਟ ਲੋ ਸੀਗੇ ਅਤੇ ਸਾਡੇ ਪ੍ਰੋਪਰਟੀ ਟੈਕਸਿਸ ਲੋ ਸੀਗੇ, ਜ਼ਿਆਦਾ ਬਰਡਨ ਨਹੀਂ ਸੀਗਾ। ਪਰ ਇਸ ਟਾਈਮ ਪ੍ਰੋਪਰਟੀ ਟੈਕਸਿਸ ਹਾਈ ਕਰਨੇ ਠੀਕ ਨਹੀਂ ਹੈ। ਪਰ ਉਹ ਕਹਿੰਦੇ ਕਿ ਉਦੋਂ ਪ੍ਰੋਪਰਟੀ ਟੈਕਸ ਵਧਾਏ ਨਹੀਂ,
ਲੋਕਲ ਪੁਲਿਸ ਵੀ ਨਾਲ ਲੈ ਆਂਦੀ। ਹੁਣ ਪ੍ਰੋਵਿੰਸ਼ੀਅਲ ਸਰਕਾਰ ਫੈਸਲਾ ਨਹੀਂ ਕਰ ਰਹੀ, 2 ਪੁਲਿਸਾਂ ਦਾ ਬੋਝ ਸਿਟੀ ਨੂੰ ਝੱਲਣਾ ਪੈ ਰਿਹਾ। ਉਹ ਕਹਿੰਦੇ ਕਰੀਏ ਕੀ ਅਸੀਂ। ਨਹੀਂ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਤੇ ਫੈਸਲਾ ਕਰ ਲਿਆ ਸੀਗਾ, ਉਹਨਾਂ ਨੇ ਤੇ ਅਪਰੂਵਲ ਦੇ ਦਿੱਤੀ ਸੀ ਸਰੀ ਪੁਲਿਸ ਵਾਸਤੇ, ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਸਰੀ ਪੁਲਿਸ ਸਟਾਰਟ ਹੋਈ ਆ। ਸੋ ਉਹਨਾਂ ਨੇ ਤੇ ਇੱਕ ਵਾਰ ਡਿਸੀਜਨ ਬਣਾ ਲਿਆ ਸੀਗਾ। ਸੋ ਐਵਰੀ ਟਾਈਮ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਵੀ ਬਲੇਮ ਨਹੀਂ ਕਰ ਸਕਦੇ ਜੇ ਅਗਲੀ ਹੁਣ ਲਾ ਲਓ ਕਿ 3 ਸਾਲ ਰਹਿ ਗਏ ਨੇ ਹੋਰ ਇਲੈਕਸ਼ਨ ਦੇ ਵਿੱਚ, ਰਾਈਟ। 6 ਮਹੀਨੇ ਪਹਿਲੇ ਕੈਂਪੇਨ ਸਟਾਰਟ ਹੋ ਜਾਂਦੀ, 3 ਸਾਲ ਰਹਿ ਗਏ ਨੇ। ਸੋ ਜੇ ਅਗਲੀ ਫਿਰ ਨਵੀਂ ਕਾਉਂਸਲ ਨੇ ਆ ਕੇ ਫਿਰ ਕਹਿ ਦਿੱਤਾ ਸਾਨੂੰ ਸਰੀ ਪੁਲਿਸ ਚਾਹੀਦੀ ਹੈ, ਫਿਰ ਉਸ ਤੋਂ ਬਾਅਦ ਆਰਸੀਐਮਪੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਬਲੇਮ ਨਹੀਂ ਕਰ ਸਕਦੇ। ਉਹਨਾਂ ਨੇ ਡਿਸੀਜਨ ਬਣਾ ਲਿਆ ਸੀ, ਉਹਨਾਂ ਨੇ ਸਾਰੇ ਅਪਰੂਵਲ ਦੇ ਦਿੱਤੇ ਸੀਗੇ। ਸਰੀ ਪੁਲਿਸ ਜਿਹੜੀ ਆ ਪ੍ਰੋਪਰ ਸਰੀ ਪੁਲਿਸ ਬੋਰਡ ਦੇ ਥਰੂ ਜਿਹੜੀ ਆ ਉਹਦੇ ਥਰੂ ਨਵਾਂ ਸਾਡਾ ਚੀਫ ਹਾਇਰ ਹੋਇਆ, ਉਹਨਾਂ ਨੇ ਆਪਣੀ ਹਾਇਰਿੰਗ ਪ੍ਰੋਸੈਸ ਸਟਾਰਟ ਕੀਤਾ। ਇਹ ਪ੍ਰੋਪਰ ਚੈਨਲਸ ਦੇ ਥਰੂ ਜਾ ਕੇ ਸਾਰਾ ਕੰਮ ਹੋਇਆ। ਸੋ ਉਹਨੂੰ ਇੱਕ ਚੇਂਜ ਕਰਨਾ ਇਹ ਚੰਗਾ ਡਿਸੀਜਨ ਨਹੀਂ ਹੈ। ਸਿੱਧੇ ਰੂਪ ਦੇ ਵਿੱਚ ਟੈਕਸ ਇਨਕਰੀਜ਼ ਵੀ ਹੋ ਰਹੇ ਨੇ। ਪੁਲਿਸ ਦੀ ਚਰਚਾ ਚੱਲ ਰਹੀ ਹੈ ਪਿਛਲੇ ਬਹੁਤ ਲੰਮੇ ਸਮੇਂ ਤੋਂ, ਪਰ ਸਰੀ ਦੇ ਰੋਡਸ ਦੀ ਗੱਲਬਾਤ ਕਰਦੇ ਹਾਂ, ਬਾਕੀ ਇਨਫਰਾਸਟ੍ਰਕਚਰ ਦੀ ਗੱਲਬਾਤ ਕਰਦੇ ਹਾਂ, ਉਹਦੀ ਗੱਲਬਾਤ ਸਿਟੀ ਕੌਂਸਲ ਦੀਆਂ ਮੀਟਿੰਗਾਂ 'ਚ ਹੋ ਰਹੀ ਹੈ ਜਾਂ ਫਿਰ ਇੱਦਾਂ ਹੀ ਚੱਲਦਾ ਰਹਿਣਾ? ਦੇਖੋ, ਜੋ ਪਿਛਲੇ 6 ਮਹੀਨੇ ਦੇ ਵਿੱਚ ਹੋ ਰਿਹਾ ਉਹ ਜ਼ਿਆਦਾ ਇਹ ਹੋ ਰਿਹਾ ਕਿ ਆਰਸੀਐਮਪੀ ਵਰਸਸ ਸਰੀ ਪੁਲਿਸ, ਆਰਸੀਐਮਪੀ ਵਰਸਸ ਸਰੀ ਪੁਲਿਸ। ਮੈਂ ਚਾਹੂੰਗਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ, ਪੂਰੀ ਕਾਉਂਸਲ ਇਕੱਠੇ ਹੋ ਕੇ ਕੰਮ ਕਰੀਏ, ਰਿਗਾਰਡਲੈਸ ਆਫ ਪਾਰਟੀ ਲਾਈਨਸ, ਕਿਹੜੀ ਪਾਰਟੀ ਨੂੰ ਕਿਹੜਾ ਕਾਉਂਸਲ ਬਿਲੋਂਗ ਕਰਦਾ, ਇਕੱਠੇ ਹੋ ਕੇ ਕੰਮ ਕਰੀਏ ਤਾਂ ਕਿ ਜਿਹੜੇ ਆਮ ਲੋਕ ਨੇ ਉਹ ਜਿਹੜੇ ਪੋਲੀਟਿਕਸ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ, ਤਾਂ ਕਿ ਉਹਨਾਂ ਦੀਆਂ ਲਾਈਫਸ ਆਪਾਂ ਬੈਟਰ ਬਣਾ ਸਕੀਏ। ਅਸੀਂ ਇਹ ਨਾ ਦੇਖੀਏ ਕਿ ਅਸੀਂ ਇਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਸੋ ਸਾਨੂੰ ਕੇਅਰ ਨਹੀਂ ਹੈਗੀ। ਬਿਲਕੁਲ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਤਾਂ ਕਿ ਇਹ ਪੁਲਿਸਿੰਗ ਤੋਂ ਉੱਪਰ ਉੱਠ ਕੇ ਜਿਹੜੇ ਹੋਰ ਕੰਮ ਨੇ ਕਮਿਊਨਿਟੀ ਦੇ, ਉਹਨਾਂ ਦੇ ਵਿੱਚ ਅਸੀਂ ਇੰਪਰੂਵਮੈਂਟਸ ਲੈ ਕੇ ਆਈਏ। ਹੁਣ ਤੁਸੀਂ ਟ੍ਰੈਫਿਕ ਦਾ ਦੇਖਿਆ, 128 ਤੇ 82 ਐਵੀਨਿਊ ਤੇ 80 ਐਵੀਨਿਊ ਤੇ ਕੰਸਟਰਕਸ਼ਨ ਚੱਲ ਰਹੀ ਆ, 88 ਐਵੀਨਿਊ ਤੇ ਕੰਸਟਰਕਸ਼ਨ ਚੱਲ ਰਹੀ ਆ। 2-3-4 ਬਲਾਕ ਟਰੈਵਲ ਕਰਨ ਵਾਸਤੇ 20-25 ਮਿੰਟ ਦਾ ਟਾਈਮ ਲੱਗ ਰਿਹਾ। ਸੋ ਇਹ ਇੰਪਰੂਵਮੈਂਟਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ, ਰੈਦਰ ਦੈਨ ਕਿ ਇੱਕ ਹੀ ਗੱਲ ਤੇ ਫੋਕਸ ਕਿ ਪੁਲਿਸਿੰਗ। ਇਹਦੇ ਤੋਂ ਮੂਵ ਔਨ ਹੋ ਕੇ ਉਹ ਪ੍ਰੋਵਿੰਸ ਡਿਸਾਈਡ ਕਰੇਗੀ ਕਿ ਉਹਨਾਂ ਨੇ ਕਿਸ ਸਾਈਡ ਜਾਣਾ। ਉਹ ਜੋ ਵੀ ਡਿਸੀਜਨ ਹੋਏਗਾ ਉਹ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ। ਜੋ SPS ਰੱਖਣੇ ਨੇ, ਸਾਨੂੰ ਇਹ ਕਹਿਣਾ ਨਹੀਂ ਚਾਹੀਦਾ ਕਿ ਅਸੀਂ ਕੋਰਟ ਕੇਸ ਕਰਾਂਗੇ ਜਾਂ ਇੱਦਾਂ ਕਰਾਂਗੇ। ਉਹ ਡਿਸੀਜਨ ਵੈਲਕਮ ਕਰਨਾ ਚਾਹੀਦਾ ਸਾਰਿਆਂ ਨੂੰ, ਤੇ ਐਟ ਦ ਸੇਮ ਟਾਈਮ ਜਿਹੜੇ ਬਾਕੀ ਦੀਆਂ ਚੀਜ਼ਾਂ ਹੈ ਉਹਨਾਂ 'ਤੇ ਵੀ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਜਿਹੜੀ ਫਿਊਚਰ ਦੇ ਵਿੱਚ ਟੈਕਸ ਇਨਕਰੀਜ਼ ਕਰਨ ਦੀ ਗੱਲਬਾਤ ਉਹ ਕਹਿ ਰਿਹਾ ਕਿ ਇਹ ਤਾਂ ਕਰਨਾ ਪੈਣਾ ਗਾ, ਜੇ ਲੋਕਲ ਪੁਲਿਸ ਰੱਖੀ ਫਿਰ ਹੋਰ ਵੀ ਕਰਨਾ ਪੈਣਾ ਗਾ। ਜਿਹੜੀ ਪਬਲਿਕ ਅਪੀਅਰੈਂਸ ਹੋਈ ਉੱਥੇ ਵੀ ਉਹਨਾਂ ਨੇ ਇਹ ਗੱਲਬਾਤ ਕਹੀ ਹੈ, ਤੇ ਇਹਦੇ ਬਾਰੇ ਤੁਸੀਂ ਆਵਾਜ਼ ਬੁਲੰਦ ਕਰੋ। ਨਹੀਂ, ਆਪਰੇਸ਼ਨਲ ਕਾਸਟ ਜਿਹੜੀ ਆਪਾਂ ਦੇਖ ਹਟੇ ਆ, ਆਪਰੇਸ਼ਨਲ ਕਾਸਟ ਜਿਹੜੀ ਆ ਉਹ ਸੇਮ ਹੈ, ਚਾਹੇ ਉਹ ਸਰੀ ਪੁਲਿਸ ਹੈ ਚਾਹੇ ਆਰਸੀਐਮਪੀ ਹੈ। ਇਨਫੈਕਟ ਆਰਸੀਐਮਪੀ ਦੀ ਇੱਕ ਜਿਹੜਾ ਬਿੱਲ ਜਿਹੜਾ ਉਹਨਾਂ ਨੇ ਭੇਜਿਆ $30 ਮਿਲੀਅਨ ਦਾ ਸਰੀ ਨੂੰ, ਰੈਟਰੋਐਕਟਿਵ ਪੇ ਪਿਛਲੀਆਂ ਪੇਆਂ ਦਾ ਜਿਹੜਾ ਬਿੱਲ $30 ਮਿਲੀਅਨ ਉਹ ਸਰੀ ਨੂੰ ਹੁਣ ਫੈਡਰਲ ਗਵਰਨਮੈਂਟ ਨੇ ਕਹਿ ਦਿੱਤਾ ਕਿ ਉਹ ਨਹੀਂ, ਉਹ ਬਿੱਲ ਦੀ ਟੇਕਰ ਕਰਨਗੇ, ਉਹ ਬਿੱਲ ਨਹੀਂ ਪੇ ਕਰਨਗੇ। ਮਿਊਨਿਸਪੈਲਿਟੀਜ਼ 'ਤੇ ਉਹ ਐਕਸਟਰਾ ਬਰਡਨ ਪੈ ਗਿਆ। ਸੋ ਕਾਸਟ ਜਿਹੜੀ ਆ, ਆਪਰੇਸ਼ਨਲ ਕਾਸਟ ਜਿਹੜੀ ਆ ਉਹ ਸੇਮ ਹੈਗੀ, ਚਾਹੇ ਉਹ ਸਰੀ ਪੁਲਿਸ ਹੋਵੇ ਚਾਹੇ ਆਰਸੀਐਮਪੀ। ਪਰ ਇਹ ਕਹਿਣਾ ਕਿ ਜੇ ਸਰੀ ਪੁਲਿਸ ਰਹੀ ਇਹਦੀ ਕਾਸਟ ਬਹੁਤ ਜ਼ਿਆਦਾ ਹੋ ਜਾਏਗੀ, ਫਿਰ ਡੈਲਟਾ ਦੇ ਵਿੱਚ ਇਹ ਕੇਸ ਕਿਉਂ ਨਹੀਂ ਹੈ, ਵੈਨਕੂਵਰ ਦੇ ਵਿੱਚ ਇਹ ਕੇਸ ਕਿਉਂ ਨਹੀਂ ਹੈ। ਸੋ ਇੱਦਾਂ ਦੀਆਂ ਆਪਾਂ ਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਇੱਕ ਫੀਅਰ ਕ੍ਰੀਏਟ ਕਰਨ ਵਾਸਤੇ ਕਿ ਜੇ ਆਰਸੀਐਮਪੀ ਨਾ ਰਹੀ ਤੇ ਫਿਰ ਸਰੀ ਦੇ ਵਿੱਚ ਸਾਰਾ ਕੁਝ ਖਰਾਬ ਹੋ ਜਾਣਾ। ਹਾਂ, ਜੇ SPS ਆ ਗਈ ਤੇ ਫਿਰ ਪਤਾ ਨਹੀਂ ਸਾਨੂੰ ਕਿੰਨੀ ਕਾਸਟ ਲਿਵਿੰਗ ਦੀ, ਕਿੰਨੀ ਸਾਡੇ ਘਰਾਂ 'ਤੇ ਕਿੰਨਾ ਬਰਡਨ ਪੈ ਜਾਣਾ, ਸਾਡੇ ਪ੍ਰੋਪਰਟੀ ਟੈਕਸਿਸ ਡਬਲ। ਇਹ ਜਿਹੜੀਆਂ ਗੱਲਾਂ ਬਿਲਕੁਲ ਠੀਕ ਨਹੀਂ ਹੈਗੀਆਂ। SPS ਬਾਕੀ ਹੋਰ ਸਿਟੀਜ਼ ਦੇ ਵਿੱਚ ਉਹਨਾਂ ਕੋਲ ਆਪਣੇ ਪੁਲਿਸ ਡਿਪਾਰਟਮੈਂਟਸ ਹੈਗੇ, ਉਹਨਾਂ ਦੇ ਟੈਕਸਿਸ ਇੰਨੇ ਜ਼ਿਆਦਾ ਹਾਈ ਕਿਉਂ ਨਹੀਂ ਹੈ? ਇਹ ਕੁਐਸਚਨ ਮੀਡੀਆ ਨੂੰ ਵੀ ਪੁੱਛਣਾ ਚਾਹੀਦਾ। ਜੀ ਨਾਗਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਇਹ ਸਨ ਮਨਦੀਪ ਸਿੰਘ ਨਾਗਰਾ ਕੌਂਸਲਰ ਨੇ, ਜਿਨ੍ਹਾਂ ਨੇ ਸਿੱਧੇ ਰੂਪ ਦੇ ਵਿੱਚ ਕਿਹਾ ਕਿ ਜਿਹੜੇ ਸਿਟੀ ਦੇ ਬਾਕੀ ਇਨਫਰਾਸਟ੍ਰਕਚਰ ਦੇ ਕਾਰਜ ਨੇ ਉਹਨਾਂ 'ਤੇ ਧਿਆਨ ਇਕਜੁੱਟ ਹੋ ਕੇ ਸਾਰੀ ਕੌਂਸਲ ਨੂੰ ਦੇਣਾ ਚਾਹੀਦਾ ਤਾਂ ਜੋ ਕੌਂਸਲ ਸਹੀ ਮਾਇਨਿਆਂ ਦੇ ਵਿੱਚ ਸ਼ਹਿਰ ਦੇ ਲੋਕਾਂ ਦਾ ਭਲਾ ਕਰ ਸਕੇ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ। ਸਿਟੀ ਆਫ ਐਡਮਿੰਟਨ ਦੇ ਵਿੱਚ ਜੀ ਅੱਜ ਕੱਲ੍ਹ ਡਾਊਨਟਾਊਨ ਦਾ ਜਿਹੜਾ ਇਲਾਕਾ ਆ, ਉੱਥੇ ਜਿਹੜੇ ਆਫਿਸ ਟਾਵਰ ਬਣੇ ਨੇ ਪਿਛਲਿਆਂ ਸਾਲਾਂ ਦੇ ਵਿੱਚ, ਉਹ ਅੱਜ ਕੱਲ੍ਹ ਖਾਲੀ ਨਜ਼ਰ ਆ ਰਹੇ ਨੇ। ਉਹਨਾਂ ਵਿੱਚ ਜਿਹੜਾ ਵੈਕੈਂਸੀ ਰੇਟ ਹੈ ਜੀ, ਉਹ ਨੈਸ਼ਨਲ ਐਵਰੇਜ ਨਾਲੋਂ ਕਿਤੇ ਜ਼ਿਆਦਾ ਹੋ ਗਿਆ। ਨੈਸ਼ਨਲ ਐਵਰੇਜ ਜਿਹੜਾ ਉਹ 17.7% ਆ, ਅਤੇ ਐਡਮਿੰਟਨ ਦੇ ਵਿੱਚ 23.5% ਜਿਹੜਾ ਵੈਕੈਂਸੀ ਰੇਟ ਹੈਗਾ ਜੀ, ਉਹ ਜਿਹੜੇ ਆਫਿਸ ਟਾਵਰਸ ਨੇ। ਹੋਇਆ ਕੀ ਵੀ ਪਹਿਲਾਂ ਤਾਂ ਜੀ ਇੱਥੇ ਇੰਨੇ ਜ਼ਿਆਦਾ ਟਾਵਰ ਹੋਇਆ ਨਹੀਂ ਸੀ ਕਰਦੇ, ਪਰ ਪਿਛਲਿਆਂ ਸਾਲਾਂ 'ਚ ਜਦੋਂ ਐਨਰਜੀ ਦੀਆਂ ਕੀਮਤਾਂ ਜਿਹੜੀਆਂ ਨੇ ਵਧੀਆਂ ਨੇ ਅਤੇ ਉਦੋਂ ਕੰਮਕਾਰ ਇੱਥੇ ਵਧੇ, ਅਤੇ ਉਹ ਜਿਹੜੇ ਟਾਵਰ ਵੀ ਸੀਗੇ ਸ਼ਹਿਰ ਦੇ ਵਿੱਚ ਕਾਫੀ ਬਣੇ ਨੇ। ਪਰ ਜਿਉਂ ਹੀ ਕੋਵਿਡ-19
ਵਾਲੀ ਕਹਾਣੀ ਵਾਪਰੀ ਆ। ਉਦੋਂ ਬਾਅਦ ਲੋਕੀ ਘਰੋਂ ਕੰਮ ਕਰਨਾ ਲੋਕਾਂ ਨੇ ਆਰੰਭ ਕਰ ਦਿੱਤਾ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਜੀ ਉਹਨਾਂ ਨੇ ਉਹ ਜਗ੍ਹਾ ਜਿਹੜੀ ਆ ਛੱਡ ਦਿੱਤੀ ਤੇ ਲੋਕ ਘਰਾਂ ਤੋਂ ਹੀ ਕੰਮ ਕਰਨ ਲੱਗ ਪਏ। ਉਹਦੇ ਨਾਲ ਕੀ ਅਸਰ ਪੈ ਰਿਹਾ ਕਿ ਡਾਊਨਟਾਊਨ ਜਿਹੜਾ ਇੱਕ ਕਿਸਮ ਦਾ ਸ਼ਾਮ ਨੂੰ ਉੱਥੇ ਜੀ ਉਹ ਗੋਸਟ ਟਾਊਨ ਬਣ ਜਾਂਦਾ, ਅਨਲੈਸ ਪਈ ਉੱਥੇ ਕੋਈ ਹਾਕੀ ਦੀ ਗੇਮ ਹੋ ਰਹੀ ਆ ਜਾਂ ਕੋਈ ਕੌਨਸਰਟ ਹੋ ਰਿਹਾ, ਫਿਰ ਤਾਂ ਉੱਥੇ ਲੋਕ ਤੁਹਾਨੂੰ ਆਲੇ ਦੁਆਲੇ ਮਿਲਣਗੇ, ਬੜਾ ਵਾਈਬਰੈਂਟ ਲੱਗਦਾ ਕਿ ਚਹਿਲ ਪਹਿਲ ਹੁੰਦੀ ਆ। ਪਰ ਜਦੋਂ ਨਹੀਂ ਹੈ ਤੇ ਉੱਥੇ ਤਾਂ ਸ਼ਾਮ ਨੂੰ ਸन्नाटा ਪੈ ਜਾਂਦਾ। ਹੁਣ ਇੱਥੋਂ ਦੇ ਇੱਕ ਕਾਉਂਸਲਰ ਐਡਮਿੰਟਨ ਦੇ ਐਂਡਰਿਊ ਨੈਕ, ਉਹਨਾਂ ਨੇ ਕਿਹਾ ਵੀ ਇਹ ਬੜੀ ਚਿੰਤਾ ਵਾਲੀ ਗੱਲ ਆ, ਕੁਛ ਨਾ ਕੁਛ ਇਹਦਾ ਕਰਨਾ ਚਾਹੀਦਾ, ਕਿਉਂਕਿ ਕੈਲਗਰੀ ਸ਼ਹਿਰ ਦੇ ਵਿੱਚ ਵੀ ਇਹੀ ਪ੍ਰੋਬਲਮ ਆਈ ਸੀ ਤੇ ਉਹਨਾਂ ਨੇ ਜਿਹੜੇ ਵੱਡੇ ਟਾਵਰ ਇਸ ਤਰ੍ਹਾਂ ਖਾਲੀ ਹੋਏ ਉਹਨਾਂ ਨੂੰ ਰੈਜ਼ੀਡੈਂਸ ਦੇ ਵਿੱਚ ਬਦਲ ਦਿੱਤਾ, ਯਾਨੀ ਕਿ ਰੈਜ਼ੀਡੈਂਸ਼ੀਅਲ ਬਿਲਡਿੰਗ ਬਣਾਤੀ, ਨਾਲੇ ਲੋਕੀ ਉੱਥੇ ਰਹਿਣ ਲੱਗ ਪਏ। ਉਹ ਕਹਿੰਦੇ ਜੀ ਵੀ ਸਾਨੂੰ ਇੱਦਾਂ ਕਰ ਲੈਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਆ ਡਾਊਨਟਾਊਨ ਦੇ ਵਿੱਚ ਆ ਕੇ ਰਹਿਣਗੇ, ਇੱਥੇ ਜਿਹੜੇ ਸਟੋਰ ਆ ਉਹ ਵੀ ਚੱਲਣਗੇ, ਕੰਮਕਾਰ ਵੀ ਹੋਣਗੇ। ਸੋ ਇਸ ਕਰਕੇ ਉਹ ਕਹਿੰਦੇ ਇਹ ਸਾਰੇ ਜਿਹੜੇ ਟਾਵਰ ਜਿਹੜੇ ਖਾਲੀ ਹੋ ਰਹੇ ਆ ਉਹਨਾਂ ਨੂੰ ਸਾਨੂੰ ਰੈਜ਼ੀਡੈਂਸ ਵਿੱਚ ਬਦਲ ਦੇਣਾ ਚਾਹੀਦਾ। ਪਰ ਉਹ ਕਹਿੰਦੇ ਗੱਲ ਇਹ ਆ ਜੀ ਵੀ ਇਹ ਮਤਲਬ ਲੱਗਦੀ ਪ੍ਰੋਪੋਜੀਸ਼ਨ ਬੜੀ ਵਧੀਆ ਹੈ, ਪਰ ਇਹਨੂੰ ਕਰਨਾ ਕਿੱਦਾਂ ਆ, ਇਹ ਬੜਾ ਲੰਮਾ ਪ੍ਰੋਸੈਸ ਹੈਗਾ। ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਵੀ ਇਸ ਗੱਲਬਾਤ ਵੱਲ ਦੇਖ ਰਹੀ ਆ ਸਿੰਪੈਥੈਟਿਕ ਵੇ ਨਾਲ ਵੀ ਹਾਂ ਸਾਨੂੰ ਕੋਈ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉੱਥੇ ਜਿਹੜੀ ਡਾਊਨਟਾਊਨ ਦੇ ਵਿੱਚ ਚਹਿਲ ਪਹਿਲ ਹੋਣੀ ਦੁਬਾਰਾ ਫਿਰ ਸ਼ੁਰੂ ਹੋਵੇ। ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਇਹ ਵੱਡੇ ਬਿਜ਼ਨਸ ਡਾਊਨਟਾਊਨ ਦੇ ਵਿੱਚ ਹੈਗੇ ਆ ਜੀ, ਇਹ ਪ੍ਰੋਪਰਟੀ ਟੈਕਸ ਦਾ ਤਕਰੀਬਨ 10% ਹਿੱਸਾ ਇਹਨਾਂ ਕੋਲੋਂ ਆਉਂਦਾ ਹੈ, ਜਿਹੜਾ ਟੋਟਲ ਰੈਵਨਿਊ ਹੈਗਾ ਕੈਨੇਡਾ ਦਾ ਐਡਮਿੰਟਨ ਦਾ। ਉਹ ਕਹਿੰਦੇ ਵੀ ਜੇ ਉਹ ਰੈਵਨਿਊ ਆਉਣਾ ਬੰਦ ਹੋ ਗਿਆ ਤੇ ਜਿੰਨੇ ਵੀ ਇੱਥੇ ਲੋਕ ਆਲੇ ਦੁਆਲੇ ਰਹਿੰਦੇ ਆ ਘਰਾਂ ਦੇ ਵਿੱਚ ਜਾਂ ਅਪਾਰਟਮੈਂਟਾਂ 'ਚ, ਜਿੱਥੇ ਵੀ ਐਡਮਿੰਟਨ ਸ਼ਹਿਰ ਦੇ ਘੇਰੇ ਵਿੱਚ, ਉਹ ਬੋਝ ਉਹਨਾਂ ਸਿਰ ਪੈ ਜਾਣਾ। ਸੋ ਉਹਨਾਂ ਗੱਲਾਂ ਤੋਂ ਬਚਣ ਲਈ ਉਹ ਕਹਿੰਦੇ ਵੀ ਸਾਨੂੰ ਕੁਝ ਨਾ ਕੁਝ ਜਿਹੜਾ ਕਰਨਾ ਚਾਹੀਦਾ। ਔਰ ਇਹ ਜਿਹੜਾ ਪਰ ਡੋਰ ਦੇ ਤੌਰ 'ਤੇ ਗੌਰਮੈਂਟ ਵੀ ਕੋਈ ਪੈਸੇ ਦੇਣ ਨੂੰ ਵੀ ਤਿਆਰ ਹੈਗੀ ਆ, ਕੁਝ ਇਨਸੈਂਟਿਵ ਹੋਰ ਦਿੱਤੇ ਜਾ ਸਕਦੇ ਵੀ ਉਹਨਾਂ ਤੋਂ ਪ੍ਰੋਪਰਟੀ ਟੈਕਸ ਵਗੈਰਾ ਨਾ ਇਕੱਠਾ ਕੀਤਾ ਜਾਵੇ। ਇੱਦਾਂ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਜਿੰਨੀ ਦੇਰ ਤੱਕ ਉਹ ਪੂਰੀ ਬਿਲਡਿੰਗ ਜਿਹੜੀ ਆ ਉਹਨਾਂ ਦੀ ਰੈਂਟ 'ਤੇ ਨਹੀਂ ਕਰ ਦਿੱਤੀ ਜਾਂਦੀ। ਸੋ ਆਉਣ ਵਾਲਾ ਸਮਾਂ ਦੱਸੇਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।